सब्सक्राइब कीजिए सर्व संध्या दरबार के ऑफिशियल यूट्यूब चैनल को। मालिक जी के सत्संग की वीडियो सबसे पहले अपने मोबाइल आईपैड पर देखने के लिए सब्सक्राइब बटन दबाते समय बेल आइकन प्रेस करें और साथ में ऑल नोटिफिकेशन को भी ऑन करें। जय माता दी। संत पलटू दास जी ने सतसंग ਨੂੰ ਹੀ ਮਾਰਗ ਕਿਉਂ ਕਿਹਾ? ਉਹਨਾਂ ਨੇ ਕਿਉਂ ਕਿਹਾ ਕਿ ਸਤ ਸੰਗਤ ਬਿਨ ਸੁਖ ਨਹੀਂ? ਕਹਤੇ ਪਲਟੂ ਦਾਸ, ਸਤਸੰਗ ਤੋਂ ਬਿਨਾ ਸੰਤ ਪਲਟੂ ਦਾਸ ਕਹਿੰਦੇ ਸੁਖ ਨਹੀਂ ਹੈ। ਇਹਦਾ ਹੁਣ ਕਾਰਨ ਸਮਝ ਲਈਏ ਕਿ ਬੰਦਾ ਕੀ ਸੋਚਦਾ ਹੈ ਕਿ ਸਤਸੰਗ ਚ ਆ ਕੇ ਬੈਠਣ ਨਾਲ ਹੀ ਸੁਖ ਮਿਲ ਜਾਂਦਾ ਹੈ। ਤਾਂ ਜ਼ਰਾ ਹੁਣ ਧਿਆਨ ਦੇਣ ਵਾਲੀ ਗੱਲ ਹੈ ਇਹ ਕਿ ਜੇ ਸੰਤ ਪਲਟੂ ਦਾਸ ਜੀ ਨੇ ਸਤਸੰਗ ਦੇ ਨਾਲ ਸੁਖ ਨੂੰ ਜੋੜਿਆ ਹੈ ਤਾਂ ਉਹਦੇ ਪਿੱਛੇ ਬੜਾ ਰਾਜ ਹੈ। ਔਰ ਉਹ ਰਾਜ ਕੀ ਹੈ ਕਿ ਜਦੋਂ ਇਨਸਾਨ ਸਤਸੰਗ ਦੇ ਵਿੱਚ ਆ ਕੇ ਬਹਿੰਦਾ ਹੈ, ਸੰਤਾਂ ਦੀ ਸੰਗਤ ਵਿੱਚ ਆ ਕੇ ਬਹਿੰਦਾ ਹੈ, ਤਾਂ ਯਾਦ ਰੱਖੋ ਸਤਸੰਗਤ, ਸਮਝ ਲਓ ਕਿ ਸਤਸੰਗਤ ਜਦ ਵੀ ਅਸਰ ਕਰਦੀ ਹੈ ਨਾ, ਜਦ ਵੀ ਆਪਣਾ ਕੰਮ ਕਰਦੀ ਹੈ ਤੇ ਸਾਡੇ ਸਰੀਰ ਤੇ ਨਹੀਂ, ਕਿੱਥੇ ਕਰਦੀ ਹੈ? ਇਹ ਸਾਡੇ ਮਨ ਤੇ ਕਰਦੀ ਹੈ। ਔਰ ਸਾਰੀ ਗੱਲ ਤਾਂ ਮਨ ਦੀ ਹੈ। ਜੇ ਪ੍ਰਮਾਤਮਾ ਦੀ ਕਿਰਪਾ ਨੂੰ ਪ੍ਰਾਪਤ ਕਰਨਾ ਹੈ, ਪ੍ਰਮਾਤਮਾ ਦੀ ਰਹਿਮਤ ਨੂੰ ਪ੍ਰਾਪਤ ਕਰਨਾ ਹੈ, ਉਹਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨਾ ਹੈ, ਤਾਂ ਉੱਥੇ ਸਰੀਰ ਉਨੇ ਮਾਇਨੇ ਨਹੀਂ ਰਖਾਂਦਾ ਜਿੰਨੇ ਮਾਇਨੇ ਇਨਸਾਨ ਦਾ ਮਨ ਰਖਾਂਦਾ ਹੈ, ਜਿੰਨੇ ਮਾਇਨੇ ਇਨਸਾਨ ਦੀ ਸੋਚ ਰਖਾਂਦੀ ਹੈ। ਸਮਝ ਆ ਰਹੀ ਕਿ ਨਹੀਂ? ਪਰ ਦੁਨੀਆ ਕੀ ਕਰ ਰਹੀ ਹੈ? ਦੁਨੀਆ ਸਰੀਰ ਤੇ ਜ਼ੋਰ ਦੇ ਰਹੀ ਹੈ। ਜਿੱਦਾਂ ਅਸੀਂ ਇੱਕ ਸਵਾਲ ਪੁੱਛੀਦਾ, ਇੱਥੇ ਹੀ ਪੁੱਛਾਂਗੇ ਅਸੀਂ ਕਿ ਫਰਜ਼ ਕਰੋ ਇੱਕ ਪੇੜ ਹੈ, ਇੱਕ ਬ੍ਰਿਕਸ਼ ਹੈ। ਹੁਣ ਜੇ ਅਸੀਂ ਚਾਹੁੰਦੇ ਹਾਂ ਕਿ ਉਹ ਬ੍ਰਿਕਸ਼ ਤੂਫਾਨ ਵਿੱਚ ਉਖੜੇ ਨਾ, ਯਾਨੀ ਸਹੀ ਸਲਾਮਤ ਖੜਾ ਰਵੇ, ਔਰ ਉਹ ਬ੍ਰਿਕਸ਼ ਤੇ ਅੱਛੇ ਮਿੱਠੇ ਫਲ ਆਣ, ਉਹ ਬ੍ਰਿਕਸ਼ ਠੰਡੀ ਛਾਂ ਦੇਵੇ, ਔਰ ਕੋਈ ਵੀ ਤੂਫਾਨ ਉਹ ਬ੍ਰਿਕਸ਼ ਦਾ ਕੁਝ ਵਿਗਾੜ ਨਾ ਸਕੇ, ਤਾਂ ਉਸ ਬ੍ਰਿਕਸ਼ ਤੇ ਸਾਨੂੰ ਕੰਮ ਕਿੱਥੇ ਕਰਨ ਦੀ ਲੋੜ ਹੈ? ਜਵਾਬ ਦਿਓ ਸਾਨੂੰ। ਟਹਿਣੀਆਂ ਤੇ ਕੰਮ ਕਰਨ ਦੀ ਲੋੜ ਹੈ, ਪੱਤਿਆਂ ਤੇ ਕੰਮ ਕਰਨ ਦੀ ਲੋੜ ਹੈ, ਜੋ ਉੱਪਰ ਫਲ ਫੁੱਲ ਲੱਗੇ ਉੱਥੇ ਕੰਮ ਕਰਨ ਦੀ ਲੋੜ ਹੈ? ਇਹ ਕਿੱਥੇ ਕੰਮ ਕਰਨ ਦੀ ਲੋੜ ਹੈ? ਜਵਾਬ ਦੇ ਦਿਓ। ਕਿੱਥੇ? ਜੜ ਤੇ। ਕਿਉਂਕਿ ਇਹ ਹਰ ਇੱਕ ਇਨਸਾਨ ਨੂੰ ਪਤਾ ਹੈ ਕਿ ਉਹ ਜੜ ਜੋ ਨਜ਼ਰ ਨਹੀਂ ਆਂਦੀ, ਪਰ ਸਾਰਾ ਬ੍ਰਿਕਸ਼ ਉੱਤੇ ਤਾਂ ਠਹਿਰਿਆ ਹੈ। ਜੇ ਜੜ ਮਜ਼ਬੂਤ ਹੈ, ਜੜ ਗਹਿਰਾਈ 'ਚ ਹੈ, ਤਾਂ ਬੜੇ ਬੜੇ ਤੂਫਾਨ ਵੀ ਉਹ ਪੇੜ ਦਾ ਕੁਝ ਨਹੀਂ ਵਿਗਾੜ ਸਕਦੇ। ਬੜੇ ਬੜੇ ਤੂਫਾਨ ਆਣਗੇ, ਗੁਜ਼ਰ ਜਾਣਗੇ, ਪਰ ਪੇੜ ਅਡੋਲ ਖੜਾ ਰਹੇਗਾ। ਪਰ ਜੇ ਪੇੜ ਦੀ ਜੜ ਹੀ ਓਪਰੀ ਹੋਵੇ, ਹੁਣ ਕਈ ਵਾਰ ਦੇਖਦੇ ਹੋ ਤੁਸੀਂ, ਹਨੇਰੀ ਚੱਲਦੀ ਹੈ ਤਾਂ ਕਈ ਪੇੜ ਏਦਾਂ ਰਸਤਿਆਂ ਤੇ ਗਿਰੇ ਹੁੰਦੇ ਹੈ, ਤਾਂ ਉਹ ਕਿਉਂ ਗਿਰ ਜਾਂਦੇ ਹੈ? ਕਿਉਂਕਿ ਉਹਨਾਂ ਦੀ ਜੜ ਕਮਜ਼ੋਰ ਹੁੰਦੀ ਹੈ। ਇਸ ਲਈ ਸਮਝਣਾ ਕਿ ਪੇੜ ਦੀ ਜੜ ਗਹਿਰੀ ਹੋਣੀ ਚਾਹੀਦੀ ਹੈ। ਜਿੰਨੀ ਗਹਿਰੀ ਪੇੜ ਦੀ ਜੜ ਹੋਏਗੀ, ਉਨਾ ਹੀ ਪੇੜ ਦੀਆਂ ਸ਼ਾਖਾਵਾਂ ਵੀ ਦੂਰ ਦੂਰ ਤੱਕ ਫੈਲਣਗੀਆਂ, ਔਰ ਉਨਾ ਹੀ ਪੇੜ ਦਾ ਫਲ ਵੀ ਮਿੱਠਾ ਹੋਏਗਾ। ਕਿਉਂਕਿ ਜਿੰਨੀ ਜੜ ਗਹਿਰਾਈ 'ਚ ਹੁੰਦੀ ਹੈ, ਉਨਾ ਪੇੜ ਦੇ ਫਲ ਵੀ ਮਿੱਠੇ ਹੁੰਦੇ ਹੈ। ਇਹ ਯਾਦ ਰੱਖਣਾ ਹਮੇਸ਼ਾ। ਹੁਣ ਜਿਸ ਤਰ੍ਹਾਂ ਤੁਸੀਂ ਇੱਥੇ ਇਸ ਚੀਜ਼ ਨੂੰ ਸਮਝਿਆ ਕਿ ਜੇ ਪੇੜ ਨੂੰ ਅਸੀਂ ਚਾਹੁੰਦੇ ਹਾਂ ਇਹ ਮਜ਼ਬੂਤ ਬਣੇ, ਇਹ ਤੇ ਮਿੱਠੇ ਫਲ ਆਣ, ਤਾਂ ਜੜ ਤੇ ਮਿਹਨਤ ਕਰਨ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਹੁਣ ਸਮਝ ਲੈਣਾ, ਅਗਰ ਤੁਸੀਂ ਜੀਵਨ 'ਚ ਵੀ ਖੁਸ਼ੀਆਂ ਚਾਹੁੰਦੇ ਹੋ, ਜੀਵਨ 'ਚ ਵੀ ਮਿੱਠੇ ਫਲ ਚਾਹੁੰਦੇ ਹੋ, ਜੀਵਨ 'ਚ ਵੀ ਰਹਿਮਤਾਂ ਦੀ ਠੰਡੀ ਛਾਂ ਚਾਹੁੰਦੇ ਹੋ, ਤਾਂ ਇੱਥੇ ਵੀ ਕਿੱਥੇ ਕੰਮ ਕਰਨ ਦੀ ਲੋੜ ਹੈ? ਜੜ ਤੇ। ਹੁਣ ਸਰੀਰ ਤਾਂ ਸਮਝ ਲਓ ਪੇੜ ਹੈ, ਤਣਾ ਹੈ, ਟਹਿਣੀਆਂ ਹੈ, ਪੱਤੇ ਹੈ। ਇਸੇ ਤਰ੍ਹਾਂ ਤੁਹਾਡਾ ਸਰੀਰ ਜੋ ਬਾਹਰ ਨਜ਼ਰ ਆਉਂਦਾ ਹੈ, ਪਰ ਜੜ ਜੋ ਧਰਤੀ ਵਿੱਚ ਨਜ਼ਰ ਨਹੀਂ ਆਉਂਦੀ, ਔਰ ਸਾਰਾ ਪੇੜ ਉਸ ਜੜ ਦੇ ਉੱਪਰ ਟਿਕਿਆ ਹੈ ਕਿ ਜੈਸੀ ਜੜ ਹੋਏਗੀ ਵੈਸਾ ਹੀ ਪੇੜ ਹੋਏਗਾ। ਇਸੇ ਤਰ੍ਹਾਂ ਜੜ ਕੀ ਹੈ? ਜੜ ਹੈ ਤੁਹਾਡੇ ਵਿਚਾਰ, ਤੁਹਾਡਾ ਮਨ। ਇਹ ਗੱਲ ਯਾਦ ਰੱਖਣਾ ਹਮੇਸ਼ਾ। ਔਰ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਜੀਵਨ 'ਚ ਖੁਸ਼ੀਆਂ ਦੇ ਫਲ ਫੁੱਲ ਆਣ, ਸਾਡੇ ਜੀਵਨ 'ਚ ਸਦਾ ਖੁਸ਼ੀਆਂ ਦੀ ਹਰਿਆਲੀ ਬਣੀ ਰਵੇ, ਤਾਂ ਸਰੀਰ ਤੇ ਨਹੀਂ, ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ ਆਪਣੇ ਵਿਚਾਰਾਂ ਤੇ, ਆਪਣੇ ਮਨ ਤੇ। ਜ਼ਰਾ ਸਮਝਣਾ। ਹੁਣ ਸਮਝ ਲਓ ਕਿ ਸਰੀਰ ਬੰਦੇ ਦਾ ਤੰਦਰੁਸਤ ਹੈ, ਸਰੀਰ ਬੰਦੇ ਦਾ ਫਿੱਟ ਹੈ। ਬੰਦਾ ਬੈਠਾ ਹੈ ਕਿ ਮੇਰਾ ਸਰੀਰ ਬਿਲਕੁਲ ਫਿੱਟ ਹੈ, ਕੋਈ ਬਿਮਾਰੀ ਨਹੀਂ ਹੈ, ਕੋਈ ਰੋਗ ਨਹੀਂ ਹੈ, ਸਭ ਕੁਝ ਠੀਕ ਹੈ। ਪਰ ਜੇ ਇਨਸਾਨ ਦਾ ਮਨ ਹੀ ਅੰਦਰੋਂ ਠੀਕ ਨਹੀਂ ਹੈ, ਜੇ ਇਨਸਾਨ ਦਾ ਮਨ ਹੀ ਅੰਦਰੋਂ ਠੀਕ ਨਹੀਂ ਹੈ, ਤਾਂ ਫਿਰ ਤੁਸੀਂ ਵੀ ਜਾਣਦੇ ਹੋ ਕਿ ਮਨ ਅੰਦਰੋਂ ਠੀਕ ਨਾ ਹੋਵੇ, ਮਨ ਅੰਦਰੋਂ ਚਿੰਤਾ ਨਾ ਭਰਿਆ ਹੋਵੇ, ਮਨ ਅੰਦਰੋਂ ਟੈਨਸ਼ਨਾਂ ਨਾ ਭਰਿਆ ਹੋਵੇ, ਤਾਂ ਬੰਦੇ ਨੂੰ ਨਾ ਰੋਟੀ ਖਾਣ ਨੂੰ ਦਿਲ ਕਰਦਾ ਹੈ, ਨਾ ਨੀਂਦ ਆਉਂਦੀ ਹੈ, ਨਾ ਭੁੱਖ ਲੱਗਦੀ ਹੈ, ਬੰਦੇ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਕਿਉਂਕਿ ਉਹਦਾ ਮਨ ਹੀ ਦੁਖੀ ਹੈ। ਹੁਣ ਉੱਥੇ ਕੋਈ ਕਵੇ
ਲੈ ਵੀ ਤੇਰੇ ਸਰੀਰ ਤੇ ਮਿਹਨਤ ਕਰਨ ਦੀ ਲੋੜ ਹੈ, ਤਾਂ ਉਹਨਾਂ ਕਹਣਾ ਪਹਿਲੇ ਮੈਂ ਬੋਡੀ ਬਿਲਡਰ ਹਾਂ ਭਾਈ, ਪਹਿਲੇ ਮੇਰਾ ਸਰੀਰ ਫਿੱਟ ਹੈ, ਸਰੀਰ ਤਾਂ ਬਿਲਕੁਲ ਠੀਕ ਹੈ, ਪਰ ਫਿਰ ਵੀ ਮੈਂ ਦੁਖੀ ਹਾਂ। ਤੇ ਇਹਦਾ ਮਤਲਬ ਸਰੀਰ ਤੇ ਨਹੀਂ, ਇੱਥੇ ਦੇ ਮਨ ਤੇ, ਇਹਦੀ ਸੋਚ ਤੇ ਮਿਹਨਤ ਕਰਨ ਦੀ ਜ਼ਰੂਰਤ ਹੈ। ਇਸੇ ਲਈ ਸਤਸੰਗ ਇੱਕ ਉਹ ਸਥਾਨ ਹੈ ਜਿੱਥੇ ਸਿੱਧਾ ਸਾਡੀ ਜੜ ਤੇ ਕੰਮ ਕੀਤਾ ਜਾਂਦਾ ਹੈ। ਕਿਉਂਕਿ ਜਦੋਂ ਇਨਸਾਨ ਦੇ ਜੀਵਨ ਦੇ ਵਿੱਚ ਪਰੇਸ਼ਾਨੀਆਂ, ਚਿੰਤਾਵਾਂ, ਤਕਲੀਫਾਂ ਆਉਂਦੀਆਂ ਹੈ, ਜਦੋਂ ਇਨਸਾਨ ਦਾ ਜੀਵਨ ਪਰੇਸ਼ਾਨੀਆਂ ਨਾਲ ਭਰ ਜਾਂਦਾ ਹੈ, ਤਾਂ ਹੁਣ ਇਹਦਾ ਮਤਲਬ ਹੈ ਇਹਨੂੰ ਸਤਸੰਗਤ ਦੀ ਜ਼ਰੂਰਤ ਹੈ। ਕਿਉਂਕਿ ਸਤਸੰਗ ਉਹ ਜਗ੍ਹਾ ਹੈ ਜਿੱਥੇ ਇਹਦੇ ਮਨ ਤੇ ਕੰਮ ਕਰਨ ਦੀ ਲੋੜ ਹੈ, ਇਹਦੇ ਮਨ ਨੂੰ, ਇਹਦੀ ਸੋਚ ਨੂੰ ਬਦਲਣ ਦੀ ਜ਼ਰੂਰਤ ਹੈ। ਇਸ ਲਈ ਇੱਥੇ ਕਹਾਂਗੇ ਕਿ ਜੇ ਪ੍ਰਮਾਤਮਾ ਦੀ ਰਹਿਮਤ, ਬਖਸ਼ਿਸ਼, ਕਿਰਪਾ ਨੂੰ ਪ੍ਰਾਪਤ ਕਰਨਾ ਹੈ ਤਾਂ ਉੱਥੇ ਸਰੀਰ ਉਨਾ ਜ਼ਰੂਰੀ ਨਹੀਂ ਹੈ ਜਿੰਨਾ ਜ਼ਰੂਰੀ ਸਾਡਾ ਇਹ ਮਨ ਹੈ। ਕਿਉਂਕਿ ਵਿਸ਼ਵਾਸ ਹੁੰਦਾ ਹੈ ਸਾਡੇ ਮਨ ਅੰਦਰ, ਯਕੀਨ ਹੁੰਦਾ ਹੈ ਸਾਡੇ ਅੰਦਰ, ਭਰੋਸਾ ਹੁੰਦਾ ਹੈ ਸਾਡੇ ਅੰਦਰ, ਪ੍ਰੇਮ ਹੁੰਦਾ ਹੈ ਸਾਡੇ ਅੰਦਰ। ਹੁਣ ਜ਼ਰਾ ਸਮਝ ਲੈਣਾ ਕਿ ਸਰੀਰ ਤਾਂ ਸਿਰਫ ਉਹ ਸਾਧਨ ਹੈ ਇਹਨਾਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ। ਜੇ ਤੁਸੀਂ ਕਿਸੇ ਨਾਲ ਪ੍ਰੇਮ ਕਰਦੇ ਹੋ, ਪ੍ਰੇਮ ਹਿਰਦੇ 'ਚ ਹੈ, ਮਨ 'ਚ ਹੈ, ਅੰਦਰ ਹੈ, ਪਰ ਇਹ ਸਰੀਰ ਉਹਨੂੰ ਪ੍ਰਗਟ ਕਰਦਾ ਹੈ। ਜੇ ਤੁਸੀਂ ਕਿਸੇ ਨਾਲ ਨਫ਼ਰਤ ਕਰਦੇ ਹੋ ਤਾਂ ਨਫ਼ਰਤ ਵੀ ਅੰਦਰ ਹੈ, ਸਰੀਰ ਉਹਨੂੰ ਕੀ ਕਰਦਾ ਹੈ? ਪ੍ਰਗਟ। ਤੁਸੀਂ ਕਿਸੇ ਨਾਲ ਨਫ਼ਰਤ ਕਰਦੇ ਹੋ ਤਾਂ ਸਰੀਰ ਉਹਨੂੰ ਪ੍ਰਗਟ ਕਰੇਗਾ। ਅੱਖਾਂ ਲਾਲ ਹੋ ਜਾਣਗੀਆਂ ਉਹਨੂੰ ਦੇਖ ਕੇ, ਮੂੰਹ ਤੁਸੀਂ ਹੋਰ ਤਰ੍ਹਾਂ ਦਾ ਬਣਾ ਲਓਗੇ ਕਿ ਇਹ ਬੰਦਾ ਮੇਰੇ ਅੱਖਾਂ ਸਾਹਮਣੇ ਕਿਉਂ ਆ ਗਿਆ। ਤਾਂ ਜੇ ਤੁਹਾਡੇ ਅੰਦਰ ਪ੍ਰੇਮ ਹੈ ਤਾਂ ਉਹਨੂੰ ਦੇਖ ਕੇ ਤੁਹਾਡੇ ਚਿਹਰੇ ਤੇ ਖੁਸ਼ੀ ਆ ਜਾਏਗੀ, ਤੁਹਾਡੀਆਂ ਅੱਖਾਂ 'ਚ ਪਿਆਰ ਆ ਜਾਏਗਾ। ਕਦੀ ਇਹਦਾ ਵੀ ਤੁਸੀਂ ਐਕਸਪੈਰੀਮੈਂਟ ਕਰਕੇ ਦੇਖਿਓ, ਜ਼ਰਾ ਧਿਆਨ ਦੇਣ ਵਾਲੀ ਗੱਲ ਹੈ। ਕਦੀ ਆਪ ਹੀ ਤੁਸੀਂ ਆਪਣੇ ਕਿਸੇ ਦੋਸਤ ਨੂੰ ਬਿਠਾ ਲਿਓ ਆਪਣੇ ਮੂਹਰੇ, ਕਿਉਂਕਿ ਅਸੀਂ ਹਮੇਸ਼ਾ ਕਹੀਦਾ ਕਿ ਐਕਸਪੈਰੀਮੈਂਟ ਕਰਕੇ ਬੰਦੇ ਨੂੰ ਪਤਾ ਲੱਗ ਜਾਂਦਾ ਹੈ। ਆਪਣੇ ਕਿਸੇ ਸੱਜਣ ਮਿੱਤਰ ਨੂੰ, ਚਾਹੇ ਪਤਨੀ ਨੂੰ, ਚਾਹੇ ਪਤੀ ਨੂੰ, ਚਾਹੇ ਕਿਸੇ ਨੂੰ ਵੀ ਆਪਣੇ ਮੂਹਰੇ ਬਿਠਾ ਲਿਓ, ਉਹਨੂੰ ਕਹਿਣਾ ਮੈਂ ਕੁਝ ਨਹੀਂ ਬੋਲਣਾ, ਬਸ ਤੂੰ ਮੈਨੂੰ ਦੱਸਣਾ ਹੈ ਕਿ ਮੇਰੇ ਚਿਹਰੇ ਤੇ, ਮੇਰੀ ਅੱਖਾਂ 'ਚ ਕੀ ਬਦਲਾਅ ਆ ਰਿਹਾ ਹੈ। ਤੁਸੀਂ ਉਹਦੇ ਸਾਹਮਣੇ ਬਹਿ ਜਾਓ, ਉਹਦੇ ਵੱਲ ਦੇਖਣਾ ਸ਼ੁਰੂ ਕਰ ਦਿਓ ਔਰ ਆਪਣੇ ਅੰਦਰ ਫੀਲਿੰਗ ਲਿਆਓ, ਮੈਨੂੰ ਬਹੁਤ ਪਿਆਰ ਕਰਦਾ, ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ, ਮੈਂ ਦਿਲੋਂ ਪਿਆਰ ਕਰਦਾ ਹਾਂ। ਅੰਦਰ ਸੋਚਣਾ ਸ਼ੁਰੂ ਕਰੋ, ਬੋਲਣਾ ਨਹੀਂ ਤੁਸੀਂ। ਔਰ ਜਿੱਦਾਂ ਅੰਦਰ ਪ੍ਰੇਮ ਹੈ, ਬਸ ਉਹਨੂੰ ਪ੍ਰੇਮ ਨਾਲ ਦੇਖੋ। ਸਮਝਦੇ ਹੋ ਕਿ ਨਹੀਂ? ਉਹਨੂੰ ਪ੍ਰੇਮ ਨਾਲ ਦੇਖੋ, ਬਸ ਬੋਲਣਾ ਨਹੀਂ, ਪ੍ਰੇਮ ਨਾਲ ਦੇਖੋ। ਆਪਣੇ ਅੰਦਰ ਸੋਚ ਕੇ ਇਹਨੂੰ ਮੈਂ ਬੜਾ ਪਿਆਰ ਕਰਦਾ, ਬਹੁਤ ਪ੍ਰੇਮ ਕਰਦਾ ਹਾਂ। ਤਾਂ ਉਸ ਵੇਲੇ ਉਹਨੂੰ ਕਹਿਣਾ ਮੇਰੇ ਵੱਲ ਦੇਖੇ, ਤੈਨੂੰ 5 ਮਿੰਟ ਇਹ ਕਹਿਣ ਤੋਂ ਬਾਅਦ ਉਹਨੂੰ ਪੁੱਛੋ ਤੈਨੂੰ ਕੀ ਫੀਲ ਹੁੰਦਾ ਹੈ। ਉਹਨੂੰ ਕਹਿਣਾ ਵਾਕਈ ਤੁਹਾਡੀਆਂ ਅੱਖਾਂ 'ਚ ਇੱਕ ਪਿਆਰ ਜਿਹਾ ਨਜ਼ਰ ਆਉਂਦਾ ਹੈ। ਹੁਣ ਉਹ ਪ੍ਰੇਮ ਦੀ ਭਾਵਨਾ ਛੱਡੋ, ਹੁਣ ਅੰਦਰ ਸੋਚਣਾ ਸ਼ੁਰੂ ਕਰ ਦਿਓ ਮੈਨੂੰ ਬਹੁਤ ਨਫ਼ਰਤ ਕਰਦਾ ਹੈ। ਔਰ ਜਿੱਦਾਂ ਬੰਦੇ ਅੰਦਰ ਨਫ਼ਰਤ ਹੁੰਦੀ ਨਾ, ਬਸ ਫੀਲ ਕਰੋ ਅੰਦਰ ਵਾਕਈ ਮੈਂ ਇੰਨਾ ਨਫ਼ਰਤ ਕਰਦਾ ਹਾਂ, ਤਾਂ ਤੁਹਾਡੀਆਂ ਅੱਖਾਂ, ਤੁਹਾਡਾ ਚਿਹਰਾ ਬਦਲ ਜਾਏਗਾ। ਯਾਨੀ ਫੀਲਿੰਗ ਤੁਹਾਡੇ ਅੰਦਰ ਹੈ ਪਰ ਸਰੀਰ ਉਹਨੂੰ ਪ੍ਰਗਟ ਕਰ ਦਿੰਦਾ ਹੈ। ਤੁਹਾਡੇ ਅੰਦਰ ਸੋਚਣ ਨਾਲ ਹੀ ਤੁਹਾਡਾ ਸਰੀਰ ਪ੍ਰੇਮ ਦੇ ਅਸਾਰ ਦਿਖਾਣੇ ਸ਼ੁਰੂ ਕਰ ਦੇਗਾ, ਨਿਸ਼ਾਨੀਆਂ ਦਿਖਾਣੀਆਂ ਸ਼ੁਰੂ ਕਰ ਦੇਗਾ। ਤਾਂ ਤੁਹਾਡੇ ਅੰਦਰ ਨਫ਼ਰਤ ਦੀ ਸੋਚ ਆਉਂਦਿਆਂ ਹੀ ਤੁਹਾਡੇ ਅੱਖਾਂ ਦੀਆਂ ਪੁਤਲੀਆਂ ਕੁਝ ਹੋਰ ਹੋ ਜਾਣਗੀਆਂ। ਤੁਹਾਡੇ ਫੇਸ ਦੇ ਆ ਜਿਹੜੇ ਇਨਸਾਨ ਕਹਿੰਦਾ ਨਾ ਫੇਸ, ਇਹ ਫੇਸ ਵੀ ਇੱਕ ਸਾਡੇ ਅੰਦਰ ਦਾ ਆਈਨਾ ਹੀ ਹੈ। ਯਾਨੀ ਜੋ ਸਾਡੇ ਅੰਦਰ ਚੱਲਦਾ ਫੇਸ ਤੋਂ ਉਹ ਪਤਾ ਲੱਗ ਜਾਂਦਾ ਹੈ। ਤਾਂ ਹੀ ਤਾਂ ਕਈ ਵਾਰਾਂ ਤੁਸੀਂ ਕਿਸੇ ਨੂੰ ਦੇਖ ਕੇ ਹੀ ਕਹਿ ਦਿੰਦੇ ਹੋ ਭਾਈ ਕੀ ਗੱਲ ਅੱਜ ਬੜਾ ਪਰੇਸ਼ਾਨ ਲੱਗਦਾ ਹੈ, ਹਾਲਾਂਕਿ ਉਹ ਬੋਲਦਾ ਕੁਝ ਨਹੀਂ, ਪਰ ਦੇਖ ਕੇ ਹੀ ਤੁਸੀਂ ਉਹਨੂੰ ਕਹਿ ਦਿੰਦੇ ਹੋ ਅੱਜ ਬੜਾ ਪਰੇਸ਼ਾਨ ਹੈ, ਕੀ ਗੱਲ। ਤਾਂ ਕਈ ਵਾਰਾਂ ਤੁਸੀਂ ਦੇਖ ਕੇ ਅੱਜ ਬੜਾ ਖੁਸ਼ ਹੈ, ਕੀ ਗੱਲ। ਹੁਣ ਖੁਸ਼ੀ ਦਾ ਕਿੱਥੋਂ ਪਤਾ ਲੱਗਾ? ਉਹਦੇ ਚਿਹਰੇ ਤੋਂ। ਪਰੇਸ਼ਾਨੀ ਦਾ ਕਿੱਥੋਂ ਪਤਾ ਲੱਗਾ? ਉਹਦੇ ਚਿਹਰੇ ਤੋਂ। ਦੁੱਖ ਦਾ ਕਿੱਥੋਂ ਪਤਾ ਲੱਗਾ? ਉਹਦੇ ਚਿਹਰੇ ਤੋਂ। ਇਨਸਾਨ ਦਾ ਜਿਹੜਾ ਚਿਹਰਾ ਹੈ ਇਹ ਇਨਸਾਨ ਦੇ ਅੰਦਰ ਦਾ ਆਈਨਾ ਹੈ ਕਿ ਸਾਡੇ ਅੰਦਰ ਜੋ ਹੁੰਦਾ ਹੈ ਇਹ ਚਿਹਰਾ ਉਹਨੂੰ ਦੱਸ ਦਿੰਦਾ ਹੈ। ਆਹ ਤਾਂ ਐਕਸਪੈਰੀਮੈਂਟ ਤੁਸੀਂ ਕਰਕੇ ਦੇਖ ਲਓ ਨਫ਼ਰਤ ਔਰ ਪ੍ਰੇਮ ਵਾਲਾ, ਤੁਹਾਨੂੰ ਆਪੇ ਹੀ ਪਤਾ ਲੱਗ ਜਾਏਗਾ ਕਿ ਜਿੱਦਾਂ ਦੀ ਸਾਡੀ ਸੋਚ ਚਲੇਗੀ, ਬਾਹਰੋਂ ਤੁਸੀਂ ਕੁਝ ਨਹੀਂ ਬਦਲਣਾ, ਤੁਸੀਂ ਬਸ ਸੋਚਣਾ ਹੈ, ਤੁਹਾਡਾ ਫੇਸ ਉਦਾਂ ਦਾ ਆਪਣੇ ਆਪ ਹੀ ਹੁੰਦਾ ਚਲਾ ਜਾਏਗਾ। ਜਿੱਦਾਂ ਕਿਸੇ ਘੁਮਾਰ ਨੂੰ ਇੱਕ ਮਿੱਟੀ ਦੇ ਦਿਓ, ਤੁਸੀਂ ਬੋਲੋ ਸਮਝਦੇ ਹੋ ਕਿ ਨਹੀਂ? ਘੁਮਾਰ ਨੂੰ ਮਿੱਟੀ ਦੇ ਦਿਓ ਔਰ ਜਦੋਂ ਘੁਮਾਰ ਨੂੰ ਤੁਸੀਂ ਮਿੱਟੀ ਦੇ ਦਿੱਤੀ ਤਾਂ ਹੁਣ ਘੁਮਾਰ ਜਦੋਂ ਉਹਨੂੰ ਚਾਕ ਤੇ ਗਿੱਲੀ ਮਿੱਟੀ ਨੂੰ ਰੱਖਦਾ ਹੈ ਤਾਂ ਤੁਸੀਂ ਉਹਨੂੰ ਪੁੱਛੋ ਭਾਈ ਇਹਦਾ ਕੀ ਬਣਾਉਣਾ ਹੈ, ਤਾਂ ਹੁਣ ਉਹ ਮਿੱਟੀ ਹੈ ਪਰ ਉਸ ਮਿੱਟੀ ਨੂੰ ਆਕਾਰ ਕੀ ਦੇਣਾ ਹੈ। ਹੁਣ ਉਹ ਕਿੱਦਾਂ ਹੋਏਗਾ? ਜੋ ਉਹਦੀ ਕਿੱਥੇ ਹੋਏਗਾ? ਸੋਚ ਅੰਦਰ। ਸਮਝ ਆ ਰਹੀ ਸਾਡੀ ਗੱਲ? ਜੋ ਉਹਦੀ ਸੋਚ ਅੰਦਰ ਹੋਏਗਾ ਕਿ ਮੈਂ ਇਸ ਮਿੱਟੀ ਨੂੰ ਘੜੇ ਦਾ ਰੂਪ ਦੇਣਾ ਹੈ, ਘੜਾ ਬਣ ਜਾਏਗਾ। ਮੈਂ ਇਸ ਮਿੱਟੀ ਨੂੰ ਸੁਰਾਹੀ ਦਾ ਰੂਪ ਦੇਣਾ ਹੈ, ਸੁਰਾਹੀ ਬਣ ਜਾਏਗੀ। ਮੈਂ ਇਸ ਮਿੱਟੀ ਨੂੰ ਪਿਆਲੇ ਦਾ ਰੂਪ ਦੇਣਾ ਹੈ,
ਪਿਆਲਾ ਬਣ ਜਾਏਗਾ। ਯਾਨੀ ਕੁਮਹਾਰ ਜੋ ਸੋਚਦਾ ਹੈ, ਜਦੋਂ ਚਾਕ ਘੁੰਮਦਾ ਹੈ ਤਾਂ ਮਿੱਟੀ ਤਾਂ ਉਹੀ ਹੁੰਦੀ ਹੈ, ਪਰ ਉਹਦੀ ਸੋਚ ਉਹਨੂੰ ਉਹ ਆਕਾਰ ਦੇ ਦਿੰਦੀ ਹੈ ਜੋ ਉਹ ਚਾਹੁੰਦਾ ਹੈ। ਹੁਣ ਇਸੇ ਤਰ੍ਹਾਂ ਸਮਝ ਲਓ ਤੁਹਾਡਾ ਜੀਵਨ ਵੀ ਜਿਹੜਾ ਹੈ ਨਾ, ਕਿਉਂ ਕਿਹਾ ਗਿਆ ਹੈ ਇਹਨੂੰ, ਕਬੀਰ ਸਾਹਿਬ ਨੇ ਕਿਉਂ ਕਿਹਾ ਹੈ ਮਾਟੀ ਕੇ ਹਮ ਪੁਤਲੇ। ਇਹ ਇਸ਼ਾਰਾ ਹੈ ਕਿ ਤੂੰ ਮਿੱਟੀ ਦੀ ਤਰ੍ਹਾਂ ਹੈ। ਹੁਣ ਜਿੱਦਾਂ ਦੀ ਤੇਰੀ ਸੋਚ ਹੋਏਗੀ ਤੈਨੂੰ ਉਹੀ ਆਕਾਰ ਮਿਲਦਾ ਚਲਾ ਜਾਏਗਾ। ਜਰਾ ਸਮਝਣਾ ਸਾਰਿਆਂ ਨੂੰ ਕਿ ਜੈਸੀ ਤੇਰੀ ਸੋਚ ਹੋਏਗੀ ਤੈਨੂੰ ਉਹ ਆਕਾਰ ਮਿਲਦਾ ਚਲਾ ਜਾਏਗਾ। ਹੁਣ ਇਹ ਤੂੰ ਦੇਖਣਾ ਹੈ ਕਿ ਤੂੰ ਆਪਣੇ ਜੀਵਨ ਨੂੰ ਕਿਹੜਾ ਆਕਾਰ ਦੇਣਾ ਚਾਹੁੰਦਾ ਹੈ, ਆਪਣੇ ਜੀਵਨ ਨੂੰ ਕੈਸਾ ਬਣਾਉਣਾ ਚਾਹੁੰਦਾ ਹੈ। ਹੁਣ ਤੁਸੀਂ ਆਪ ਹੀ ਜਵਾਬ ਦੇ ਦਿਓ ਕਿ ਤੁਸੀਂ ਕੈਸਾ ਜੀਵਨ ਨੂੰ ਬਣਾਉਣਾ ਚਾਹੁੰਦੇ ਹੋ। ਖੁਸ਼ੀਆਂ ਨਾਲ ਭਰਪੂਰ ਬਣਾਉਣਾ ਚਾਹੁੰਦੇ ਹੋ, ਆਨੰਦ ਨਾਲ ਭਰਪੂਰ ਬਣਾਉਣਾ ਚਾਹੁੰਦੇ ਹੋ, ਸ਼ਾਂਤੀ ਨਾਲ ਭਰਪੂਰ ਬਣਾਉਣਾ ਚਾਹੁੰਦੇ ਹੋ। ਤਾਂ ਜੇ ਆਨੰਦ, ਸ਼ਾਂਤੀ, ਖੁਸ਼ੀਆਂ ਨਾਲ ਭਰਪੂਰ ਬਣਾਉਣਾ ਚਾਹੁੰਦੇ ਹੋ ਤਾਂ ਸਾਨੂੰ ਆਪਣੀ ਸੋਚ ਵੀ ਵੈਸੀ ਰੱਖਣੀ ਪਏਗੀ। ਕਿਉਂਕਿ ਜਿੱਦਾਂ ਇੱਕ ਕੁਮਹਾਰ, ਫਿਰ ਕਵਾਂਗੇ ਇੱਥੇ, ਕੁਮਹਾਰ ਆਪਣੀ ਸੋਚ ਨਾਲ ਉਹ ਸਧਾਰਨ ਮਿੱਟੀ ਨੂੰ ਉਹਦਾ ਆਕਾਰ ਦੇ ਦਿੰਦਾ ਹੈ। ਇਸੇ ਤਰ੍ਹਾਂ ਤੁਸੀਂ ਆਪਣੀ ਸੋਚ ਦੇ ਨਾਲ ਆਪਣੇ ਜੀਵਨ ਨੂੰ ਆਕਾਰ ਦੇ ਸਕਦੇ ਹੋ। ਕਿਉਂਕਿ ਕੰਮ ਅੰਦਰ ਜੜ ਤੇ ਜਿੱਦਾਂ ਦਾ ਕੀਤਾ ਜਾਵੇ ਨਾ, ਉਹਦਾ ਅਸਰ ਬਾਹਰ ਦੇਖਣ ਨੂੰ ਮਿਲਦਾ ਹੈ। ਇਸ ਲਈ ਅਗਰ ਸਾਡੀ ਸੋਚ ਅੱਛੀ ਹੈ, ਸਾਡੀ ਸੋਚ ਵਿਸ਼ਵਾਸ ਨਾਲ ਭਰੀ ਹੈ, ਸਾਡੀ ਸੋਚ ਯਕੀਨ ਨਾਲ ਭਰੀ ਹੈ, ਤਾਂ ਸਾਨੂੰ ਉਦਾਂ ਦਾ ਆਕਾਰ ਮਿਲਦਾ ਚਲਾ ਜਾਂਦਾ ਹੈ। ਤਾਂ ਜੇ ਸਾਡੀ ਸੋਚ ਸ਼ੰਕਾ ਨਾਲ, ਡਰ ਨਾਲ, ਚਿੰਤਾਵਾਂ ਨਾਲ ਭਰੀ ਹੋਈ ਹੈ, ਤਾਂ ਸਾਡੇ ਜੀਵਨ ਨੂੰ ਉਦਾਂ ਦਾ ਆਕਾਰ ਮਿਲਦਾ ਚਲਾ ਜਾਂਦਾ ਹੈ। ਹੁਣ ਇਹਦਾ ਇੱਕ ਜਵਾਬ ਤੁਸੀਂ ਦੇਣਾ ਕਿ ਇੱਕ ਇਨਸਾਨ ਨੂੰ ਤੁਸੀਂ ਡਰਾਈਵਿੰਗ ਸੀਟ ਤੇ ਬਿਠਾ ਦਿੰਦੇ ਹੋ, ਯਾਨੀ ਉਹ ਗੱਡੀ ਦੀ ਸੀਟ ਤੇ ਉਹਨੂੰ ਬਿਠਾ ਦਿੰਦੇ ਹੋ, ਸਟੀਅਰਿੰਗ ਉਹਦੇ ਹੱਥ 'ਚ ਹੈ। ਪਰ ਹੁਣ ਸਟੀਅਰਿੰਗ ਉਹਦੇ ਹੱਥ 'ਚ ਹੈ ਔਰ ਗੱਡੀ ਚਲਾਉਣ ਵਾਲਾ ਬੰਦਾ ਅੰਦਰ ਡਰਿਆ ਹੋਇਆ, ਮੇਰੇ ਤੋਂ ਗੱਡੀ ਨਹੀਂ ਚੱਲਣੀ, ਮੈਂ ਇਹਨੂੰ ਚਲਾ ਨਹੀਂ ਸਕਦਾ। ਅੰਦਰ ਉਹਦੇ ਸ਼ੰਕਾ ਹੈ, ਅੰਦਰ ਉਹਦੇ ਡਰ ਹੈ, ਹਾਏ ਮੈਨੂੰ ਤਾਂ ਚਲਾਣੀ ਨਹੀਂ ਆਉਂਦੀ, ਮੇਰੇ ਤੋਂ ਗੱਡੀ ਨਹੀਂ ਚੱਲਣੀ। ਇੱਕ ਦੋ ਵਾਰ ਚਲਾਈ ਹੈ, ਪਰ ਹੁਣ ਮੈਂ ਬਾਜ਼ਾਰ 'ਚ ਲੈ ਕੇ ਕਿੱਦਾਂ ਜਾਣਾ, ਮੇਰੇ ਤੋਂ ਨਹੀਂ ਚੱਲਣੀ। ਤਾਂ ਤੁਸੀਂ ਜਰਾ ਸੋਚੋ, ਜਿਹੜਾ ਅੰਦਰੋਂ ਡਰਿਆ ਹੋਇਆ ਹੈ, ਅੰਦਰ ਡਰ ਹੈ, ਅੰਦਰ ਸ਼ੰਕਾ ਹੈ, ਤਾਂ ਉਹ ਜਦੋਂ ਗੱਡੀ ਚਲਾਏਗਾ ਤਾਂ ਗੱਡੀ ਕਿੱਦਾਂ ਚਲੇਗੀ? ਗੱਡੀ ਚਲੇਗੀ ਜ਼ਰੂਰ, ਝਟਕੇ ਖਾਏਗੀ, ਗੱਡੀ ਚਲੇਗੀ ਜ਼ਰੂਰ, ਪਰ ਉਸ ਸਪੀਡ 'ਚ ਨਹੀਂ ਚਲੇਗੀ ਜਿਹੜੀ ਸਪੀਡ ਉਹ ਗੱਡੀ ਦੀ ਹੈ। ਤਾਂ ਇੱਕ ਦੂਸਰਾ ਇਨਸਾਨ ਹੈ ਜਿਹੜਾ ਸੀਟ ਤੇ ਬੈਠਾ ਪੂਰੇ ਕੌਨਫੀਡੈਂਸ ਨਾਲ ਭਰਿਆ ਹੈ, ਵਿਸ਼ਵਾਸ ਨਾਲ ਭਰਿਆ ਹੈ ਕਿ ਮੈਨੂੰ ਆਂਦੀ ਹੈ, ਮੈਂ ਕਰ ਸਕਦਾ ਹਾਂ। ਉਹ ਜਦੋਂ ਚਲਾਏਗਾ ਆਰਾਮ ਨਾਲ ਗੱਡੀ ਚਲੇਗੀ ਔਰ ਉਸ ਸਪੀਡ ਤੇ ਜਾਏਗੀ ਜਿਸ ਸਪੀਡ ਤੇ ਉਹ ਗੱਡੀ ਨੂੰ ਚੱਲਣਾ ਚਾਹੀਦਾ ਹੈ। ਇੱਦਾਂ ਹੀ ਤੁਹਾਡੀ ਜ਼ਿੰਦਗੀ ਹੈ। ਜਦੋਂ ਅਸੀਂ ਵਿਸ਼ਵਾਸ ਨਾਲ ਭਰ ਜਾਂਦੇ ਹਾਂ, ਯਕੀਨ ਨਾਲ ਭਰ ਜਾਂਦੇ ਹਾਂ, ਭਰੋਸੇ ਨਾਲ ਭਰ ਜਾਂਦੇ ਹਾਂ, ਸਾਡੀ ਸੋਚ ਅੱਛੀ ਹੋ ਜਾਂਦੀ ਹੈ, ਤਾਂ ਸਾਡੇ ਜੀਵਨ ਦੀ ਗੱਡੀ ਵੀ ਉਸ ਸਪੀਡ ਨਾਲ ਚੱਲਦੀ ਹੈ ਜਿਸ ਸਪੀਡ ਨਾਲ ਜ਼ਿੰਦਗੀ ਚੱਲਣੀ ਚਾਹੀਦੀ ਹੈ। ਪਰ ਜਦੋਂ ਅਸੀਂ ਅੰਦਰੋਂ ਡਰੇ ਹੁੰਦੇ ਹਾਂ, ਸ਼ੰਕਾ ਕਰ ਲੈਂਦੇ ਹਾਂ, ਅੰਦਰ ਆਪਣੇ ਮਾਲਿਕ ਤੇ ਭਰੋਸਾ ਨਹੀਂ ਰੱਖਦੇ, ਤਾਂ ਫਿਰ ਸਾਡੇ ਜੀਵਨ ਦੀ ਗੱਡੀ ਵੀ ਚੱਲਦੀ ਤਾਂ ਜ਼ਰੂਰ ਹੈ, ਪਰ ਇਦਾਂ ਝਟਕੇ ਲੱਗਦੇ, ਰੁਕ ਰੁਕ ਕੇ ਚੱਲਦੀ ਹੈ ਕਿ ਫਿਰ ਇਨਸਾਨ ਦੇ ਜੀਵਨ 'ਚ ਪਰੇਸ਼ਾਨੀਆਂ, ਤਕਲੀਫਾਂ, ਚਿੰਤਾਵਾਂ ਵੀ ਉਹੀ ਅਸਰ ਕਰਦੀਆਂ ਹੈ ਕਿ ਇਨਸਾਨ ਦੀ ਜ਼ਿੰਦਗੀ ਜਿਸ ਖੁਸ਼ੀ ਦੇ ਨਾਲ ਜਾਣੀ ਚਾਹੀਦੀ ਹੈ ਉਹ ਚੱਲ ਹੀ ਨਹੀਂ ਪਾਉਂਦੀ। ਹੁਣ ਉੱਥੇ ਜ਼ਰੂਰਤ ਕੀ ਹੈ? ਉੱਥੇ ਕਸੂਰ ਗੱਡੀ ਦਾ ਨਹੀਂ ਹੈ। ਜੇ ਤਾਂ ਬੰਦਾ ਵੀ ਕਹਿੰਦਾ ਜ਼ਿੰਦਗੀ ਕੈਸੀ ਹੈ, ਇਹ ਜੀਵਨ ਕੈਸਾ ਹੈ, ਤਾਂ ਉੱਥੇ ਕਸੂਰ ਜੀਵਨ ਦਾ ਨਹੀਂ ਹੈ, ਗੱਡੀ ਦਾ ਨਹੀਂ ਹੈ। ਉੱਥੇ ਕਸੂਰ ਹੈ ਕਿ ਸਾਨੂੰ ਗੱਡੀ ਹਾਲੇ ਸਹੀ ਢੰਗ ਨਾਲ ਚਲਾਣੀ ਨਹੀਂ ਆਉਂਦੀ। ਕਿਉਂਕਿ ਗੱਡੀ ਤਾਂ ਹੈ ਪਰ ਅੰਦਰ ਕੌਨਫੀਡੈਂਸ ਨਹੀਂ ਹੈ, ਗੱਡੀ ਤਾਂ ਹੈ ਅੰਦਰ ਵਿਸ਼ਵਾਸ ਨਹੀਂ ਹੈ। ਇੱਦਾਂ ਹੀ ਜ਼ਿੰਦਗੀ ਤਾਂ ਹੈ ਪਰ ਜ਼ਿੰਦਗੀ 'ਚ ਅੰਦਰ ਪ੍ਰਭੂ ਦੇ ਪ੍ਰਤੀ ਆਸਥਾ ਨਹੀਂ ਹੈ, ਵਿਸ਼ਵਾਸ ਨਹੀਂ ਹੈ। ਗੱਡੀ ਰੂਪੀ ਜ਼ਿੰਦਗੀ ਤਾਂ ਹੈ ਪਰ ਅੰਦਰੋਂ ਡਰ ਔਰ ਸ਼ੰਕਾ ਨਾਲ ਭਰੇ ਹੋਏ ਆ। ਇਸ ਲਈ ਸਾਡੇ ਜੀਵਨ 'ਚ ਇੰਨੀਆਂ ਪਰੇਸ਼ਾਨੀਆਂ, ਤਕਲੀਫਾਂ, ਦੁੱਖ ਸਾਨੂੰ ਨਜ਼ਰ ਆਉਂਦੇ ਹੈ। ਇਸ ਲਈ ਸਤਸੰਗ ਸੁੱਖਾਂ ਦੀ ਖਾਨ ਕਿਉਂ ਕਿਹਾ ਗਿਆ ਹੈ? ਕਿਉਂ ਕਿਹਾ ਸੰਤ ਪਲਟੂ ਦਾਸ ਨੇ ਕਿ ਸਤ ਸੰਗਤ ਬਿਨ ਸੁਖ ਨਹੀਂ, ਕਹਤੇ ਪਲਟੂ ਦਾਸ। ਉਹ ਕਹਿੰਦੇ ਸਤਸੰਗ ਬਿਨਾ ਸੁੱਖ ਨਹੀਂ, ਕਿਉਂਕਿ ਸਤਸੰਗ ਜਦੋਂ ਬਹਿੰਦਾ ਹੈ ਤਾਂ ਸਤਸੰਗ ਕੰਮ ਕਰਦੀ ਹੈ ਸਾਡੀ ਜੜ ਤੇ। ਸਤ ਸੰਗਤ ਸਾਡੇ ਅੰਦਰਲੀ ਸ਼ੰਕਾ ਨੂੰ ਦੂਰ ਕਰਦੀ ਹੈ, ਸਤ ਸੰਗਤ ਸਾਡੇ ਅੰਦਰਲੀਆਂ ਕਮੀਆਂ ਨੂੰ ਦੂਰ ਕਰਦੀ ਹੈ, ਸਤ ਸੰਗਤ ਸਾਡੇ ਅੰਦਰ ਵਿਸ਼ਵਾਸ, ਆਸਥਾ ਨੂੰ ਪੈਦਾ ਕਰਦੀ ਹੈ। ਸਤ ਸੰਗਤ ਸਾਨੂੰ ਸਹੀ ਦਿਸ਼ਾ, ਸਹੀ ਸੋਚ ਦਿੰਦੀ ਹੈ, ਔਰ ਜਦੋਂ ਸਹੀ ਦਿਸ਼ਾ, ਸਹੀ ਸੋਚ ਮਿਲਦੀ ਹੈ, ਵਿਸ਼ਵਾਸ ਮਿਲਦਾ ਹੈ, ਤਾਂ ਫਿਰ ਜੀਵਨ 'ਚ ਖੁਸ਼ੀਆਂ ਆਣੀਆਂ ਵੀ ਸ਼ੁਰੂ ਹੋ ਜਾਂਦੀਆਂ ਹੈ। ਇਹ ਯਾਦ ਰੱਖੋ ਹਮੇਸ਼ਾ। ਇਸ ਲਈ ਸੰਤ ਪਲਟੂ ਦਾਸ ਉਸ ਪ੍ਰੇਮੀ ਨੂੰ ਕਹਿੰਦੇ ਹੈ ਕਿ ਬੇਟਾ
ਫੁੱਲਾਂ ਦੀ ਖੁਸ਼ਬੂ ਲੈਣ ਵਾਸਤੇ ਫੁੱਲਾਂ ਦੇ ਕੋਲ ਪਹੁੰਚਣਾ ਪੈਂਦਾ ਹੈ। ਤਾਂ ਜੇ ਜੀਵਨ 'ਚ ਤੂੰ ਵੀ ਸੁੱਖ ਸ਼ਾਂਤੀ ਸਕੂਨ ਚਾਹੁੰਦਾ ਤਾਂ ਤੂੰ ਕਹਿੰਦਾ ਮਹਾਰਾਜ ਮਿਲਿਆ ਕਿਉਂ ਨਹੀਂ, ਕਿਉਂਕਿ ਅੱਜ ਤੱਕ ਤੂੰ ਗਲਤ ਜਗ੍ਹਾ ਤਲਾਸ਼ ਕਰ ਰਿਹਾ ਸੀ। ਔਰ ਤੂੰ ਕਹਿੰਦਾ ਮਹਾਰਾਜ ਹੁਣ ਇਹ ਪਰੇਸ਼ਾਨੀਆਂ ਚੋਂ ਨਿਕਲਣ ਦਾ ਰਸਤਾ ਵੀ ਦੱਸ ਦਿਓ। ਤਾਂ ਰਸਤਾ ਤਾਂ ਇਹੀ ਹੈ, ਸਤ ਸੰਗਤ ਨਾਲ ਜੁੜ। ਕਿਉਂਕਿ ਜਿਸ ਤਰ੍ਹਾਂ ਪਹਿਲਾਂ ਹੀ ਦੱਸਿਆ, ਫਿਰ ਇੱਕ ਵਾਰ ਇਸ਼ਾਰਾ ਕਰਾਂਗੇ ਕਿ ਸਤਸੰਗ ਸਿੱਧਾ ਕਿੱਥੇ ਅਸਰ ਕਰਦੀ ਹੈ, ਕਿੱਥੇ ਚੋਟ ਕਰਦੀ ਹੈ? ਸਾਡੇ ਮਨ ਤੇ। ਔਰ ਜਦੋਂ ਮਨ ਬਦਲਦਾ ਹੈ ਤਾਂ ਫਿਰ ਹੀ ਇਨਸਾਨ ਦੇ ਜੀਵਨ 'ਚ ਵੀ ਬਦਲਾਅ ਆਉਂਦਾ ਹੈ, ਕਿਉਂਕਿ ਗੱਲ ਤਾਂ ਮਨ ਦੇ ਬਦਲਣ ਦੀ ਹੈ।